ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ, ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ, ਹਰ ਇੱਕ ਨੂੰ ਦੱਸਣਾ। ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਜਿਨ੍ਹਾਂ ਜਿਨ੍ਹਾਂ ਦੇ ਮਨ ਵਿੱਚ ਇਹ ਭਾਵਨਾ ਬਣੀ ਤੇ ਗੁਰਬਾਣੀ ਦਾ ਆਪ ਪਾਠ ਕਰੀਏ, ਅਰਥਾਂ ਸਮੇਤ ਪਾਠ ਕਰੀਏ, ਉਹਨਾਂ ਨੂੰ ਇਹ ਉਪਰਾਲਾ ਬਹੁਤ ਚੰਗਾ ਲੱਗਿਆ। ਇਸ ਵੀਡੀਓ ਰਾਹੀਂ ਗੁਰੂ ਸਾਹਿਬ ਜੀ ਦੇ ਉਪਦੇਸ਼ ਜਿੰਨੀ ਕਿ ਸਮਝ ਆਈ, ਇਹ ਕੀਮਤੀ ਖਜ਼ਾਨਾ ਲੈ ਕੇ ਵੀਡੀਓ ਰਾਹੀਂ ਤੁਹਾਡੇ ਘਰ ਤੱਕ ਪਹੁੰਚਦਾ ਹਾਂ। ਤੁੱਛ ਬੁੱਧੀ ਅਨੁਸਾਰ ਵੰਡਣ ਦਾ ਯਤਨ ਕਰ ਰਿਹਾ ਹਾਂ। ਬੇਅੰਤ ਪਰਿਵਾਰ ਲਾਹੇ ਲੈ ਰਹੇ ਨੇ, ਤੁਹਾਡੇ ਬੱਚੇ ਲਾਹਾ ਪ੍ਰਾਪਤ ਕਰਦੇ ਨੇ। ਸ਼ੁਕਰ ਵਾਹਿਗੁਰੂ ਜੀ ਦਾ, ਤੁਸੀਂ ਹਰ ਇੱਕ ਨੂੰ ਪ੍ਰੇਰਿਤ ਕਰ ਰਹੇ ਹੋ, ਆਪਣੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਪ੍ਰੇਰਿਤ ਕਰ ਰਹੇ ਹੋ। ਸ਼ੁਕਰ ਵਾਹਿਗੁਰੂ ਜੀ। ਆਓ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 91 ਦੇ ਉੱਪਰ ਅੰਕਿਤ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਮਾਝ ਮਹੱਲਾ ਚੌਥਾ। ਮਾਝ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਹ 7ਵਾਂ ਸ਼ਬਦ ਹੈ। ਚਾਰ ਚਾਰ ਪਦਿਆਂ ਦੇ ਸ਼ਬਦ ਨੇ, ਇਸ ਲਈ ਇਹਨੂੰ ਚੌਪਦੇ ਕਹਿੰਦੇ ਨੇ। ਆਵਹੁ ਭੈਣੇ ਤੁਸੀਂ ਮਿਲੋ ਪਿਆਰੀਆਂ। ਜਦੋਂ ਗੁਰੂ ਕਾ ਗੁਰਸਿੱਖ ਇੱਕ ਦੂਸਰੇ ਨੂੰ ਮਿਲਦਾ ਹੈ, ਦੋ ਗੁਰਸਿੱਖ ਮਿਲਦੇ ਨੇ, ਦੋਨਾਂ ਦੇ ਅੰਦਰ ਮੱਤ ਹੈ। ਜੇ ਉਹ ਮੱਤ ਮਿਲਦੀ ਹੈ, ਸੋਚ ਮਿਲਦੀ ਹੈ, ਤੇ ਦੋਨੋਂ ਮੱਤਾਂ ਇੱਕ ਦੂਸਰੇ ਨੂੰ ਕਹਿੰਦੀਆਂ ਨੇ, ਆਓ ਪਿਆਰ ਵਿੱਚ ਬੈਠੀਏ ਭੈਣੇ। ਹਰ ਗੁਰਸਿੱਖ ਨੂੰ ਦੂਸਰੇ ਗੁਰਸਿੱਖਾਂ ਕੋਲ ਬੈਠ ਕੇ ਆਪਸੀ ਪਿਆਰ ਹੋਵੇ, ਸਤਿਕਾਰ ਹੋਵੇ, ਇੱਕ ਦੂਸਰੇ ਤੋਂ ਸਿੱਖਣ ਦੀ ਭਾਵਨਾ ਹੋਵੇ, ਇੱਕ ਦੂਸਰੇ ਦੇ ਤਜਰਬਿਆਂ ਤੋਂ, ਇੱਕ ਦੂਸਰੇ ਦੀਆਂ ਭਾਵਨਾਵਾਂ ਤੋਂ, ਇੱਕ ਦੂਸਰੇ ਦੇ ਜਜ਼ਬਿਆਂ ਤੋਂ, ਇੱਕ ਦੂਸਰੇ ਦੇ ਆਈਡੀਆਜ਼ ਤੋਂ ਸਿੱਖਣ ਦੀ ਭਾਵਨਾ ਹੋਵੇ। ਤੇ ਫਿਰ ਮਨ ਵਿੱਚ ਇੱਕ ਭੁੱਖ ਹੁੰਦੀ ਹੈ, ਉੱਥੇ ਟੌਪਿਕ ਕਿਹੜਾ ਹੋਵੇ, ਸਬਜੈਕਟ ਕਿਹੜਾ ਹੋਵੇ। ਤੇ ਨਾਲ ਇਹ ਵੀ ਦੇਖ ਲੈਣਾ, ਜਦੋਂ ਅਸੀਂ ਗੁਰੂ ਦੀ ਸੋਚ ਨੂੰ ਨਹੀਂ ਸਮਝ ਰਹੇ ਤੇ ਸਾਡੇ ਟੌਪਿਕ ਕਿਸ ਤਰ੍ਹਾਂ ਦੇ ਚੱਲ ਰਹੇ ਨੇ। ਚਾਹੀਦਾ ਕੈਸਾ ਹੈ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੈ ਹੋਂ ਵਾਰੀਆਂ। ਮੈਂ ਬਲਿਹਾਰ ਜਾਂਦੀ ਹਾਂ ਉਸ, ਜੋ ਮੇਰੇ ਪ੍ਰੀਤਮ ਪਿਆਰੇ ਵਾਹਿਗੁਰੂ ਜੀ ਬਾਰੇ ਮੈਨੂੰ ਦੱਸੇ। ਆਹਾ, ਵੀ ਵਾਹਿਗੁਰੂ ਜੀ ਦੇ ਗੁਣਾਂ ਬਾਰੇ, ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਬਾਰੇ, ਕਿ ਵਾਹਿਗੁਰੂ ਜੀ ਦੇ ਅਟਲ ਨਿਜ਼ਮ ਬਾਰੇ ਕੋਈ ਦੱਸੇ। ਕੋਈ ਗੁਰੂ ਕੀ ਵਿਚਾਰ ਕਰੇ, ਗੁਰਬਾਣੀ ਦੇ ਅਰਥਾਂ ਦੀ ਵਿਚਾਰ, ਗੁਰਬਾਣੀ ਦੇ ਅਰਥਾਂ 'ਚੋਂ ਰਮਜ਼ਾਂ ਦੀ ਵਿਚਾਰ, ਗੁਰੂ ਦੇ ਵਿਰਸੇ ਦੀ ਵਿਚਾਰ ਮੈਨੂੰ ਕੋਈ ਦੱਸੇ, ਮੈਂ ਬਲਿਹਾਰ ਜਾਣਾ ਉਸ। ਜਿਸ ਦਿਨ ਸਾਡੇ ਅੰਦਰ ਐਸੀ ਭਾਵਨਾ ਬਣ ਗਈ ਨਾ, ਸਾਡਾ ਆਪਸੀ ਪਿਆਰ ਵਧੇਗਾ। ਜੇ ਆਪਸੀ ਪਿਆਰ ਹੋਏਗਾ, ਇੱਕ ਦੂਸਰੇ ਨੂੰ ਸਤਿਕਾਰ ਹੋਏਗਾ, ਇਹ ਸੱਚ ਜਾਣਿਓ ਤਦ ਕਿਤੇ ਏਕਤਾ ਬਣੇਗੀ। ਜਿੰਨਾ ਚਿਰ ਮਨਾਂ ਦੀ ਖਾਰ ਹੈ ਨਾ, ਇੱਕ ਦੂਸਰੇ ਤੇ ਬੇਵਿਸ਼ਵਾਸੀਆਂ ਨੇ, ਆਪਣੇ ਆਪ ਨੂੰ ਚੰਗਾ, ਦੂਸਰੇ ਨੂੰ ਘਟੀਆ,
ਆਪਣੇ ਧੜੇ ਨੂੰ, ਆਪਣੀ ਸੰਸਥਾ ਨੂੰ ਵੱਡਾ ਤੇ ਦੂਸਰਿਆਂ ਨੂੰ ਨਖਿੱਧ ਸਮਝਣਾ ਹੈ, ਇਹ ਦਿਲਾਂ ਦੀ ਖਾਰ ਵੱਧਦੀ ਜਾਏਗੀ, ਨਫ਼ਰਤ ਵੱਧਦੀ ਜਾਏਗੀ, ਕੌਮੀ ਏਕਤਾ ਲੀਰੋ ਲੀਰ ਹੁੰਦੀ ਜਾਏਗੀ ਤੇ ਭਰਾ ਮਾਰੂ ਜੰਗ ਦੇ ਮਾਹੌਲ ਸਿਰਜੇ ਜਾਣਗੇ। ਬਚਣ ਦਾ ਇੱਕੋ ਇੱਕ ਤਰੀਕਾ ਹੈ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ, ਗੁਰੂ ਦੀ ਸੋਚ ਅਨੁਸਾਰ ਸੋਚਣਾ ਸ਼ੁਰੂ ਕਰੀਏ। ਕੋਈ ਦੱਸੇ ਮੇਰਾ ਪ੍ਰੀਤਮ, ਕੋਈ ਮੇਰੇ ਗੁਰੂ ਦੀ ਬਾਤ ਕਰੇ, ਆਹਾ ਮੈਂ ਉਸ ਤੋਂ ਬਲਿਹਾਰ ਜਾਂਦਾ। ਮਿਲ ਸਤ ਸੰਗਤ ਲੱਧਾਂ ਹਰ ਸੱਜਣ, ਹਉ ਸਤਿਗੁਰ ਵਿਟੋ ਘੁਮਾਈਆ ਜੀਓ। ਜੋ ਵੀ ਵਿਚਾਰਾਂ ਹੋਣ, ਮੇਰਾ ਮਨ ਸੱਚ ਦੀ ਸੰਗਤ ਕਰਨੀ ਸਿੱਖ ਜਾਵੇ। ਕੀਰਤਨ ਸੁਣਦੇ ਆ ਨਾ, ਗੁਰਬਾਣੀ ਸੁਣਦੇ ਆ ਨਾ, ਅਰਥ ਸਮਝ ਨਹੀਂ ਆਉਣਗੇ ਤੇ ਅਰਥਾਂ ਦੇ ਵਿੱਚ ਗੁਰੂ ਦਾ ਗੁਰ ਸਰੂਪ ਪਿਆ, ਉਹ ਸੱਚ ਸਰੂਪ ਹੈ, ਉਪਦੇਸ਼। ਹੋ ਸਕਦਾ ਹੈ ਕੀਰਤਨ ਸੁਣ ਕੇ ਵੀ ਮਨ ਨੇ ਉਸ ਦਾ ਮਿਲਾਪ ਨਹੀਂ ਕੀਤਾ। ਆਪਣੇ ਆਪ ਵਿੱਚ ਇੱਕ ਝਾਤੀ ਮਾਰੀਏ, ਮੈਂ ਗੁਰੂ ਦਾ ਪੁੱਤਰ ਹਾਂ। ਜੇ ਮੈਨੂੰ ਗੁਰੂ ਦੀ ਬੋਲੀ ਨਹੀਂ ਸਮਝ ਆ ਰਹੀ, ਗੁਰੂ ਦੇ ਬਚਨ ਨਹੀਂ ਸਮਝ ਆ ਰਹੇ, ਮੰਨਣਾ ਤਾਂ ਫਿਰ ਦੂਰ ਰਹਿ ਜਾਏਗਾ। ਮਨ ਨੇ ਸੰਗਤ ਕਰਨੀ ਹੈ ਸੱਚ ਦੀ। ਸੱਚ ਦੀ ਸੰਗਤ ਵਿੱਚੋਂ ਹਰੀ ਸੱਜਣ ਨੂੰ ਲੱਭਣਾ, ਆਖੋ ਵਾਹਿਗੁਰੂ। ਬੜਾ ਚੰਗਾ ਲੱਗਦਾ ਹੈ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ। ਵਾਹਿਗੁਰੂ ਜੀ ਤੇ ਜਿਉਂ-ਜਿਉਂ ਵਿਸ਼ਵਾਸ ਵੱਧਦਾ ਹੈ ਨਾ, ਤਿਉਂ-ਤਿਉਂ ਆਨੰਦ ਬਣਦਾ ਹੈ। ਉਹ ਕਿਹਨੇ ਵਿਸ਼ਵਾਸ ਦਿਵਾਉਣਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਦੀ ਆਵਾਜ਼ ਹੈ। ਗੁਰੂ ਸਾਹਿਬ ਕੀ ਕਹਿ ਰਹੇ ਨੇ? ਸਤਿਗੁਰ ਸਰੂਪ ਹੈ। ਉਹਦੇ ਵਿੱਚ ਸਿੱਖਿਆਵਾਂ ਨੇ, ਉਹਨੂੰ ਮੰਨਣਾ ਹੈ। ਸਤਿਗੁਰ ਵਿਟੋ ਘੁਮਾਈਆ ਜੀਓ। ਆਪਣੇ ਸਤਿਗੁਰ ਸਰੂਪ ਤੋਂ ਕੁਰਬਾਨ ਜਾਣਾ ਹੈ, ਗੁਰੂ ਦੇ ਸਤਿਗੁਰ ਸਰੂਪ ਤੋਂ। ਯਾਨੀ ਉਪਦੇਸ਼ ਨੂੰ ਫੋਲੋ ਕਰਨਾ ਹੈ, ਮੰਨਣਾ ਹੈ, ਪ੍ਰੈਕਟੀਕਲ ਮੰਨਣਾ ਹੈ, ਆਪਣੇ ਸੁਭਾਅ 'ਤੇ ਲਾਗੂ ਕਰਨਾ ਹੈ, ਆਪਣੀ ਸੋਚ 'ਤੇ ਲਾਗੂ ਕਰਨਾ। ਫਿਰ ਐਸੀ ਕਿਰਪਾ ਹੁੰਦੀ, ਇੱਦਾਂ ਮਹਿਸੂਸ ਹੁੰਦਾ, ਜਹਾਂ ਜਹਾਂ ਦੇਖਾਂ ਤਹਾਂ ਤਹਾਂ ਸੁਆਮੀ। ਜਿੱਥੇ ਜਿੱਥੇ ਵੀ ਦੇਖਿਆ, ਭਾਵ ਐਵਰੀਵੇਅਰ, ਆਲਵੇਜ਼, ਹਰ ਥਾਂ 'ਤੇ ਸੁਆਮੀ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਮਹਿਸੂਸ ਹੁੰਦੇ। ਹਰ ਵਰਤਾਰੇ ਵਿੱਚ ਉਹਨਾਂ ਦੇ ਨਿਯਮਾਂ ਦੀਆਂ ਝਲਕਾਂ ਨੇ, ਹਰ ਵਰਤਾਰੇ ਵਿੱਚ ਗੁਣਾਂ ਦੀਆਂ ਝਲਕਾਂ ਨੇ, ਦੁਨੀਆ ਦੇ ਹਰ ਵਰਤਾਰੇ ਵਿੱਚੋਂ ਰੱਬੀ ਉਪਦੇਸ਼ ਦੀਆਂ ਝਲਕਾਂ ਨੇ। ਵਾਹਿਗੁਰੂ ਜੀ ਆਪ ਹਰ ਥਾਂ 'ਤੇ ਰਮੇ ਹੋਏ ਨੇ। ਤੂੰ ਘਟ ਘਟ ਰਵਿਆ ਅੰਤਰਜਾਮੀ। ਹੇ ਵਾਹਿਗੁਰੂ ਜੀ, ਤੁਸੀਂ ਹਰ ਇੱਕ ਦੇ ਅੰਦਰ, ਤੁਹਾਡੀ ਜੋਤ ਹੈ, ਹਰ ਇੱਕ ਦੇ ਅੰਦਰ ਵਸੇ ਹੋਏ ਹੋ। ਗੁਰ ਪੂਰੈ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਓ। ਗੁਰੂ ਸਾਹਿਬ ਨੂੰ ਮਿਲ ਕੇ, ਗੁਰੂ ਸਾਹਿਬ ਨੂੰ ਧਿਆਨ ਨਾਲ ਸੁਣਿਆ, ਗੁਰਬਾਣੀ ਦਾ ਪਾਠ ਕੀਤਾ, ਸਿੱਖਣ ਦੀ ਭਾਵਨਾ ਨਾਲ ਪਤਾ ਲੱਗਿਆ ਪਾਠ ਕਰਨ ਦੇ ਅਰਥ ਹੈ ਸਿੱਖਣਾ, ਪੜ੍ਹਨਾ, ਲਰਨ ਕਰਨਾ, ਜਾਣਨਾ। ਤੇ ਫਿਰ ਗੁਰਬਾਣੀ ਦੇ ਅੰਦਰ ਹੀ ਗੁਰੂ ਦੇ ਉਪਦੇਸ਼ ਲਬਾਲਬ ਭਰੇ ਪਏ ਨੇ। ਮੇਰੇ ਗੁਰੂ ਦਾ ਗੁਰ ਸਰੂਪ ਹੈ ਉਹ। ਜੋ ਗੁਰ ਸਰੂਪ ਨਾਲ ਮਿਲਾਪ ਹੋਇਆ ਨਾ, ਮੰਨਣ ਦੀ ਭਾਵਨਾ ਜਾਗੀ, ਤੇ ਗੁਰੂ ਨੇ ਆਪਣੇ ਉਪਦੇਸ਼ਾਂ ਰਾਹੀਂ ਸੋਚ ਸੁਭਾਅ ਨੂੰ ਐਸਾ ਸ਼ਿੰਗਾਰਿਆ, ਹਰ ਨਾਲ ਦਿਖਾਇਆ। ਵਾਹਿਗੁਰੂ ਜੀ ਤਾਂ ਇੱਦਾਂ ਸੋਝੀ ਕਰਵਾ ਦਿੱਤੀ, ਉਹ ਤਾਂ ਹਰ ਵੇਲੇ ਅੰਗ ਸੰਗ ਨੇ, ਸਾਡੇ ਨਾਲ ਨੇ, ਸਾਡੇ ਅੰਦਰ ਨੇ। ਮੈਂ ਆਪਣੇ ਗੁਰੂ ਦੇ ਸਤਿਗੁਰ ਸਰੂਪ ਤੋਂ ਬਲਿਹਾਰ ਜਾਂਦਾ, ਸਦਾ ਕੁਰਬਾਨ ਜਾਂਦਾ ਹਾਂ। ਉਹ ਸਤਿਗੁਰ ਵਿਟਹੁ ਸਦ ਵਾਰਿਆ ਜੀਓ। ਆਹਾ, ਐਸੀ ਭਾਵਨਾ, ਐਸੇ ਰਸ ਵਿੱਚ ਜਿਉਣਾ ਹੈ। ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਵਾਈਆ ਜੀਓ। ਹਰ ਸਰੀਰ ਉਹ ਮਿੱਟੀ ਤੋਂ ਬਣਿਆ, ਆਖੋ ਵਾਹਿਗੁਰੂ। ਧਰਤੀ ਰੂਪੀ ਮਿੱਟੀ ਤੋਂ ਬਣਿਆ। ਐਸੀ ਕਮਾਲ ਦੀ ਖੇਡ ਹੈ। ਕਿਰਸਾਨ ਬੀਜ ਬੀਜਦਾ, ਉਹ ਮਿੱਟੀ ਹੀ ਟਾਹਣੀਆਂ ਬਣ ਜਾਂਦੀ ਹੈ। ਉਸ ਵਿੱਚੋਂ ਬੀਜ ਨਿੱਕਾ ਜਿਹਾ, ਉਹ ਮਿੱਟੀ ਕਿੱਡੀਆਂ ਕਿੱਡੀਆਂ ਟਾਹਣੀਆਂ ਬਣਦੀ ਹੈ, ਧਰਤੀ ਦੀ ਮਿੱਟੀ। ਉਸੇ ਵਿੱਚੋਂ ਫਲ ਬਣ ਜਾਂਦਾ ਹੈ। ਉਹ ਫਲ ਤੇ ਫਸਲ ਮਾਂ ਖਾਂਦੀ ਹੈ, ਖੁਰਾਕ ਬੱਚੇ ਨੂੰ ਜਾਂਦੀ ਹੈ, ਆਖੋ। ਉਸੇ ਮਿੱਟੀ ਤੋਂ ਬਣੀ ਹੋਈ ਖੁਰਾਕ
ਮਾਤਾ ਦੇ ਗਰਭ ਵਿੱਚ ਮਿੱਟੀ ਦਾ ਸਰੀਰ ਬਣ ਜਾਂਦਾ, ਇੱਕੋ ਮਿੱਟੀ ਤੋਂ। ਹਰ ਇੱਕ ਦੇ ਅੰਦਰ ਇੱਕੋ ਹਵਾ ਦੇ ਨਾਲ ਸਵਾਸ ਚੱਲਦੇ ਨੇ, ਇੱਕੋ ਪਵਨ, ਮਾਟੀ ਸਭ ਇੱਕ ਹੈ। ਪਵਨ, ਹਵਾ, ਮਾਟੀ, ਮਿੱਟੀ, ਸਾਰਿਆਂ ਦੇ ਅੰਦਰ ਰੱਬ ਦੀ ਇੱਕੋ ਹੀ ਜੋਤ ਹੈ, ਆਤਮਾ। ਜਿੰਨਾ ਚਿਰ ਜੋਤ ਹੈ ਉਹਨਾਂ ਚਿਰ ਸਰੀਰ ਹੈ। ਉਸ ਤੋਂ ਬਾਅਦ ਫਿਰ ਇਹ ਮਿੱਟੀ ਦੀ ਢੇਰੀ ਹੈ, ਤੱਤ ਤੱਤ 'ਚ ਮਿਲ ਜਾਂਦੇ ਨੇ। ਸਭ ਇੱਕਾ ਜੋਤ ਵਰਤੈ, ਭਿੰਨ ਭਿੰਨ ਨਾ ਰਲਈ, ਕਿਸੈ ਦੀ ਰਲਾਈ ਹੈ। ਜੋਤ ਇੱਕੋ ਹੀ ਹੈ, ਫਿਰ ਹਰ ਕੋਈ ਵੱਖਰਾ ਵੱਖਰਾ ਕਿਉਂ ਹੈ? ਕਿਉਂਕਿ ਹਰ ਇੱਕ ਦੇ ਅੰਦਰ ਇਹ ਜਿਹੜਾ ਮਨ ਹੈ, ਜੋਤ ਦੇ ਕਿੰਨਾ ਨੇੜੇ ਹੈ, ਇਹ ਇੱਕੋ ਜਿਹਾ ਨਹੀਂ ਹੈ ਅਵਸਥਾ। ਕੌਣ ਰੱਬੀ ਜੋਤ ਦੇ ਭੈ ਵਿੱਚ ਕਿੰਨਾ ਜਿਉਂਦਾ ਹੈ, ਇਹ ਅਵਸਥਾ ਇੱਕੋ ਜਿਹੀ ਨਹੀਂ ਹੈ। ਕਿੰਨਾ ਰੱਬ ਦੇ ਪਿਆਰ ਵਿੱਚ ਜਿਉਂਦਾ ਹੈ, ਇੱਕੋ ਜਿਹੀ ਨਹੀਂ ਹੈ। ਰੱਬੀ ਜੋਤ ਵੱਲ ਖਿੱਚ ਕਿੰਨੀ ਹੈ, ਦੁਨਿਆਵੀ ਰਸਾਂ ਕਸਾਂ ਵੱਲ, ਦੁਨਿਆਵੀ ਪ੍ਰਾਪਤੀਆਂ ਵੱਲ ਖਿੱਚ ਕਿੰਨੀ ਹੈ, ਇੱਕੋ ਜਿਹਾ ਨਹੀਂ ਹੈ, ਲੈਵਲ ਵੱਖ-ਵੱਖ ਹੈ। ਗੁਰੂ ਦੇ ਕਾਰਜਾਂ ਲਈ, ਰੱਬ ਦੇ ਮਿਸ਼ਨ ਲਈ, ਪਰਉਪਕਾਰ ਲਈ ਕੌਣ ਕਿੰਨਾ ਸਮਰਪਿਤ ਹੈ ਤੇ ਕੌਣ ਦੁਨਿਆਵੀ ਪ੍ਰਾਪਤੀਆਂ ਲਈ ਕਿੰਨਾ ਸਮਰਪਿਤ ਹੈ, ਇੱਕੋ ਜਿਹਾ ਹੈ। ਇੱਕੋ ਜਿਹਾ ਨਹੀਂ ਹੈ, ਇਹ ਲੈਵਲ ਵੱਖਰਾ ਵੱਖਰਾ ਹੈ। ਸੋਚ ਦਾ ਲੈਵਲ ਵੱਖਰਾ ਹੈ, ਸੁਭਾਅ ਦਾ ਲੈਵਲ ਵੱਖਰਾ ਹੈ, ਇਸ ਲਈ ਸਾਰੇ ਭਿੰਨ ਭਿੰਨ ਦਿਖਾਈ ਦਿੰਦੇ ਨੇ। ਉਂਝ ਵਾਹਿਗੁਰੂ ਜੀ ਦੀ ਜੋਤ ਸਾਰਿਆਂ ਅੰਦਰ। ਗੁਰ ਪ੍ਰਸਾਦੀ ਇੱਕ ਨਦਰੀ ਆਇਆ, ਹਉ ਸਤਿਗੁਰ ਵਿਟੋਂ ਬਤਾਇਆ ਜੀਓ। ਆਪਣੇ ਸੁਭਾਅ ਵਿੱਚੋਂ ਦੂਸਰੇ ਨੂੰ ਦੇਖਣਾ, ਆਪਣੀ ਸੋਚ ਵਿੱਚੋਂ ਦੂਸਰੇ ਨੂੰ ਦੇਖਣਾ। ਜਿਹੜਾ ਸੁਭਾਅ ਦੇ ਫਿੱਟ ਨਹੀਂ ਨਾ ਹੁੰਦਾ, ਆਪਣੀ ਸੋਚ ਦੇ ਫਿੱਟ ਨਹੀਂ ਹੁੰਦਾ, ਉਹਦੇ ਬੋਲ ਚੰਗੇ ਨਹੀਂ ਲੱਗਦੇ, ਉਹਦੇ ਕਰਮ ਚੰਗੇ ਨਹੀਂ ਲੱਗਦੇ, ਉਹਦੇ 'ਚੋਂ ਨੁਕਸ ਦਿਸਦੇ ਨੇ, ਉਹਦੇ 'ਚੋਂ ਬੁਰਾਈਆਂ ਦਿਸਦੀਆਂ ਨੇ ਕਿ ਅਸੀਂ ਇਸ ਤਰੀਕੇ ਨਾਲ ਇੱਕ ਦੂਸਰੇ ਨੂੰ ਦੇਖਦੇ ਪਏ ਹਾਂ ਅਖਵਾ। ਪਰ ਜਦੋਂ ਗੁਰੂ ਉਪਦੇਸ਼ ਦੀ ਕਿਰਪਾ ਹੁੰਦੀ ਨਾ, ਗੁਰ ਸਰੂਪ ਦੀ ਬਖਸ਼ਿਸ਼ ਵਾਪਰਦੀ ਹੈ, ਗੁਰ ਪ੍ਰਸਾਦੀ, ਮੇਰੇ ਗੁਰੂ ਦੀ ਆਵਾਜ਼, ਸਤਿਗੁਰ ਦੀ ਆਵਾਜ਼, ਰੱਬੀ ਆਵਾਜ਼, ਰੱਬੀ ਬਾਣੀ, ਰੱਬੀ ਬਾਣੀ ਨੇ ਅਹਿਸਾਸ ਕਰਾ ਦਿੱਤਾ, ਗੁਰ ਪ੍ਰਸਾਦੀ ਇੱਕ ਨਦਰੀ ਆਇਆ। ਕੋਈ ਗੱਲ ਨਹੀਂ, ਉਹਦੇ ਨਾਲ ਮੇਰੇ ਵਿਚਾਰ ਨਹੀਂ ਰਲਦੇ, ਕੋਈ ਗੱਲ ਨਹੀਂ, ਉਹਦੇ ਨਾਲ ਮੇਰੀ ਸੋਚ ਨਹੀਂ ਰਲਦੀ। ਆਖਿਰਕਾਰ ਉਹ ਵੀ ਰੱਬ ਦਾ ਬੰਦਾ ਹੈ, ਰੱਬ ਉਹਦੇ ਅੰਦਰ ਵੀ ਆਖੋ। ਐਸੀ ਗੁਰੂ ਦੀ ਕਿਰਪਾ ਹੋਈ, ਸਤਿਗੁਰ ਵਿਟੋਂ ਬਤਾਇਆ ਜੀ। ਆਪਣੇ ਸਤਿਗੁਰੂ ਤੋਂ ਕੁਰਬਾਨ ਜਾਣਾ, ਜਿਨ੍ਹਾਂ ਇਹ ਸੋਝੀ ਦਿੱਤੀ, ਦੇਖਣ ਦਾ ਨਜ਼ਰੀਆ ਦਿੱਤਾ। ਜਦੋਂ ਬਖਸ਼ਿਸ਼ ਹੋਈ, ਜਨ ਨਾਨਕ ਬੋਲੇ ਅੰਮ੍ਰਿਤ ਬਾਣੀ। ਆਪਣੇ ਆਪ ਨੂੰ ਕਹਿੰਦੇ ਨੇ ਦਾਸ ਨਾਨਕ। ਫਿਰ ਜੋ ਵੀ ਬੋਲ ਰਿਹਾ, ਵਿਚਾਰ ਰਿਹਾ, ਦੱਸ ਰਿਹਾ, ਇਹ ਅੰਮ੍ਰਿਤ ਬਾਣੀ ਦੀ ਵਿਚਾਰ ਹੈ, ਰੱਬੀ ਉਪਦੇਸ਼ਾਂ ਦੀ ਵਿਚਾਰ ਹੈ। ਗੁਰਸਿੱਖਾਂ ਕੈ ਮਨ ਪਿਆਰੀ ਭਾਣੀ, ਗੁਰੂ ਕੇ ਗੁਰਸਿੱਖਾਂ ਨੂੰ ਇਹ ਵਿਚਾਰ, ਰੱਬੀ ਬਾਣੀ ਬੜੀ ਚੰਗੀ ਲੱਗਦੀ ਹੈ, ਕਿਉਂਕਿ ਆਪਣੇ ਗੁਰੂ ਨੂੰ ਸਮਰਪਿਤ ਹੁੰਦੇ ਨੇ, ਉਹਨਾਂ ਨੂੰ ਗੁਰੂ ਦੀ ਸੋਚ, ਗੁਰੂ ਦੇ ਉਪਦੇਸ਼ ਸਮਝ ਲੱਗਦੇ ਨੇ। ਰੱਬ ਦੀ ਮਾਰਗ ਦੀ ਵਿਚਾਰ ਬੜੀ ਚੰਗੀ ਲੱਗਦੀ ਹੈ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀਆ ਜੀਓ। ਗੁਰੂ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਹੈ, ਮੇਰੇ ਗੁਰੂ ਦੀ ਆਵਾਜ਼ ਹੈ, ਸਤਿਗੁਰ ਸਰੂਪ, ਗੁਰ ਸਤਿਗੁਰ ਪੂਰਾ। ਗੁਰ ਸਰੂਪ ਰੱਬੀ ਉਪਦੇਸ਼ ਹੈ, ਇਸ ਲਈ ਪੂਰਾ ਉਪਦੇਸ਼ ਹੈ, ਗੁਰ ਪੂਰਾ ਹੈ। ਉਹ ਜਿਹੜੀ ਆਵਾਜ਼ ਹੈ, ਰੱਬ ਦੀ ਆਵਾਜ਼ ਹੈ, ਰੱਬੀ ਬਾਣੀ ਹੈ, ਬ੍ਰਹਮ ਦੀ ਬਾਣੀ ਹੈ, ਉਹ ਪੂਰੀ ਹੈ, ਉਹਦੇ 'ਚ ਕੋਈ ਘਾਟਵਾਦ ਨਹੀਂ ਹੈ। ਗੁਰ ਸਰੂਪ, ਸਤਿਗੁਰ ਸਰੂਪ ਮੈਨੂੰ ਉਪਦੇਸ਼ ਕਰਦੇ ਨੇ। ਆਹਾ, ਜਦੋਂ ਇਹ ਮਨ ਸਿੱਖਿਆ ਮੰਨਦਾ ਹੈ, ਫਿਰ ਆਪਣੇ ਗੁਰੂ ਤੋਂ ਬਲਿਹਾਰ ਜਾਵਾਂ, ਕਿਉਂਕਿ ਗੁਰੂ ਇਤਨੇ ਪਰਉਪਕਾਰੀ ਨੇ, ਇਤਨੇ ਪਰਉਪਕਾਰੀ ਨੇ। ਆਹਾ, ਸਾਡੀ ਸੋਚ, ਸਾਡਾ ਸੁਭਾਅ, ਸਾਡਾ ਨਜ਼ਰੀਆ ਬਦਲ ਦਿੰਦੇ ਨੇ। ਸੱਤ ਚੌਪਦੇ ਮਹੱਲੇ ਚੌਥੇ ਕੇ, ਜਿਵੇਂ ਪਿੱਛੇ ਵੀ ਇੱਕ ਸਿਧਾਂਤਕ ਇਸ਼ਾਰਾ ਆਇਆ ਸੀ ਨਾ, 17 ਅਸ਼ਟਪਦੀਆਂ ਮਹੱਲੇ ਪਹਿਲੇ ਕੀਆਂ। ਇੱਥੇ ਦੱਸ ਦਿੱਤਾ ਕਿ ਇੱਥੋਂ ਤੱਕ ਜਿਹੜੇ 7 ਚੌਪਦੇ ਸੀ, ਚੌਥੇ ਪਾਤਸ਼ਾਹ ਦੇ ਸੀ। ਇਸ ਤੋਂ ਬਾਅਦ ਮਾਝ ਮਹੱਲਾ ਪੰਜਵਾਂ, ਚੌਪਦੇ ਘਰ ਪਹਿਲਾ। ਅਗਲਾ ਜਿਹੜਾ ਚੌਪਦਾ ਹੈ, ਇਹ ਪੰਚਮ ਪਾਤਸ਼ਾਹ ਦਾ, ਪਿੱਛੇ ਗੁਰੂ ਰਾਮਦਾਸ ਸਾਹਿਬ ਜੀ ਦੇ ਸੀ।
ਚੌਪਦੇ ਦੇ ਰੂਪ ਵਿੱਚ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ। ਪਹਿਲੇ ਘਰ ਵਿੱਚ ਗਾਉਣ ਦਾ ਸੰਦੇਸ਼ ਲਿਖਿਆ ਹੋਇਆ ਹੈ। ਅੰਦਰ ਇੱਕ ਅਵਸਥਾ ਹੈ ਪਿਆਰ ਦੀ, ਬੈਰਾਗ ਦੀ, ਉਹ ਕੈਸੀ ਹੁੰਦੀ ਹੈ? ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਅੰਦਰਲੀ ਅਵਸਥਾ ਦੱਸ ਰਹੇ ਨੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਆਹਾ! ਰੱਬੀ ਬਾਣੀ ਦੇ ਵਿੱਚੋਂ ਰੱਬੀ ਉਪਦੇਸ਼ ਦੇ ਦਰਸ਼ਨ ਹੋ ਜਾਣ, ਗੁਰ ਸਰੂਪ ਦੇ ਦਰਸ਼ਨ ਹੋ ਜਾਣ। ਆਹਾ! ਮਨ ਲੋਚਦਾ ਹੈ, ਮਨ ਵਿੱਚ ਇੱਛਾ ਹੈ। ਇਹ ਗੱਲ ਯਾਦ ਰੱਖਿਓ। ਜਿਨ੍ਹਾਂ ਅੰਦਰ ਇੱਛਾ ਹੈ ਨਾ, ਚਾਹਤ ਹੈ, ਅਰਥ ਉਹੀ ਜਾਣਨ ਤੁਰੇਗਾ। ਨਹੀਂ ਤਾਂ ਸਾਰੀ ਜ਼ਿੰਦਗੀ ਉਹ ਹੁਕਮਨਾਮਾ ਸੁਣਦਾ ਹੈ। ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ। ਉਹਨੇ ਪੜ੍ਹ ਲਿਆ। ਹੋ ਸਕਦਾ ਹੈ ਗੁਰੂ ਘਰ ਲੱਗੀ ਹੋਈ ਸਕਰੀਨ ਤੋਂ ਅਰਥ ਵੀ ਦੇਖ ਲੇ। ਸੁਭਾਅ ਨਹੀਂ ਬਦਲਿਆ, ਸੋਚ ਨਹੀਂ ਬਦਲੀ, ਕਿਉਂਕਿ ਅੰਦਰੋਂ ਉਪਦੇਸ਼ ਨੇ ਟੁੰਬਿਆ ਨਹੀਂ। ਹਲੂਣਾ ਨਹੀਂ ਮਿਲਿਆ ਮਨ ਨੂੰ। ਉਪਦੇਸ਼ ਤਾਂ ਹਲੂਣੇ ਦਿੰਦਾ ਹੈ, ਮਨ ਹੀ ਨਹੀਂ ਹਲੂਣਿਆ ਗਿਆ। ਜਿੰਨਾ ਚਿਰ ਗੁਰੂ ਦੇ ਉਪਦੇਸ਼ ਨੂੰ, ਗੁਰ ਸਰੂਪ ਨੂੰ ਮੰਨਿਆ ਨਹੀਂ, ਇਹਨੂੰ ਦਰਸ਼ਨ ਨਹੀਂ ਹੋਏ। ਆਖੋ ਵਾਹਿਗੁਰੂ। ਇਹਦਾ ਮਤਲਬ ਅੰਦਰ ਇੱਛਾ ਨਹੀਂ ਜਾਗੀ, ਅੰਦਰ ਸਿੱਖਣ ਦੀ ਇੱਛਾ ਨਹੀਂ ਜਾਗੀ। ਇਹ ਗੱਲ ਯਾਦ ਰੱਖਿਓ। ਹਰ ਇੱਕ ਨੂੰ ਦੱਸੋ, ਜਦੋਂ ਅਸੀਂ ਕਹਿੰਦੇ ਨਾ ਪਾਠ ਕਰਨਾ, ਮਹਾਨ ਕੋਸ਼ ਚੋਂ ਪੜ੍ਹ ਕੇ ਦੇਖੋ। ਪਾਠ ਕਰਨਾ ਅਰਥ ਹੈ ਪੜ੍ਹਾਈ ਕਰਨੀ, ਸਿੱਖਣਾ, ਲਰਨ ਕਰਨਾ। ਪਾਠ ਕਰਨ ਦੇ ਅਰਥ ਇਹ ਨਹੀਂ ਹੁੰਦੇ ਕਿ ਬੋਲ ਦਿੱਤਾ ਹੈ, ਸੈਂਟੈਂਸ ਬੋਲ ਦਿੱਤਾ ਹੈ, ਪਤਾ ਹੀ ਨਹੀਂ ਕੀ ਹੈ ਇਹਦੇ 'ਚ। ਨਹੀਂ, ਲਰਨ ਕਰਨਾ, ਸਿੱਖਣਾ। ਇਸ ਲਈ ਗੁਰੂ ਸਾਹਿਬ ਤੋਂ ਬਲਿਹਾਰ ਜਾਈਏ। ਉਹਨਾਂ ਸਾਡਾ ਨਾਮ ਕੀ ਰੱਖਿਆ? ਸਿੱਖ, ਲਰਨਰ, ਸਿੱਖਣ ਵਾਲਾ। ਜਿੰਨਾ ਚਿਰ ਅੰਦਰ ਲੋਚਾ, ਇੱਛਾ ਨਹੀਂ ਜਾਗੇਗੀ, ਭੁੱਖ ਨਹੀਂ ਜਾਗੇਗੀ। ਆਪਾਂ ਦੇਖਦੇ ਸਟੂਡੈਂਟ ਸਕੂਲ, ਕਾਲਜ, ਯੂਨੀਵਰਸਿਟੀ ਜਾਂਦਾ ਹੈ, ਉਹਦੇ ਅੰਦਰ ਪੜ੍ਹਾਈ ਕਰਨ ਦੀ, ਲਰਨ ਕਰਨ ਦੀ ਜੇ ਲਗਨ ਹੀ ਨਹੀਂ ਹੈ, ਇੱਛਾ ਹੀ ਨਹੀਂ ਹੈ, ਮਾਪੇ ਪੈਸਾ ਖਰਚ ਕਰੀ ਜਾਂਦੇ ਨੇ, ਪੜ੍ਹਦਾ ਨਹੀਂ ਹੈ, ਝੜ ਜਾਂਦਾ। ਜਾਂ ਪੜ੍ਹੇਗਾ ਜਾਂ ਝੜੇਗਾ, ਦੋ ਹੀ ਪੜ੍ਹਾ ਨੇ। ਆਖੋ ਅੰਦਰ ਇੱਛਾ, ਅੰਦਰ ਲੋਚਾ, ਗੁਰਦਰਸ਼ਨ ਤਾਈ, ਗੁਰੂ ਦੇ ਉਪਦੇਸ਼ ਮੰਨਣ ਦੀ ਇੱਛਾ। ਆਖੋ ਤਾਈ ਤੇ ਦਰਸ਼ਨ ਹੈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਚਾਤ੍ਰਿਕ ਪਪੀਹਾ। ਪਪੀਹਾ ਪ੍ਰਯੋ 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 ਕਰਦਾ ਹੈ। ਇੱਕ ਮਨੌਤ ਹੈ, ਇੱਕ ਖਿਆਲ ਹੈ ਦੁਨੀਆ ਦਾ, ਕਿ ਉਹ ਸਵੰਤੀ ਬੂੰਦ ਨੂੰ ਤਰਸਦਾ ਹੈ। ਜਿੰਨੀ ਮਰਜ਼ੀ ਬਾਰਿਸ਼ ਹੋਵੇ, ਜਿੰਨਾ ਮਰਜ਼ੀ ਛੱਪੜਾਂ, ਟੋਭਿਆਂ, ਦਰਿਆਵਾਂ ਵਿੱਚ ਪਾਣੀ ਪਿਆ, ਨਦੀਆਂ 'ਚ ਪਿਆ, ਉਹਨੂੰ ਕੋਈ ਸਰੋਕਾਰ ਨਹੀਂ। ਮੂੰਹ ਉੱਪਰ ਕਰਦਾ, ਉਹਨੂੰ ਇੱਕ ਸਵੰਤੀ ਬੂੰਦ ਚਾਹੀਦੀ ਹੈ। ਇਹ ਹੁੰਦਾ ਹੈ ਜਾਂ ਨਹੀਂ ਹੁੰਦਾ, ਕੀ ਇਹ ਮਿੱਥ ਹੈ ਜਾਂ ਰਿਐਲਿਟੀ ਹੈ, ਸਾਨੂੰ ਕੋਈ ਸਰੋਕਾਰ ਨਹੀਂ। ਗੁਰੂ ਪਾਤਸ਼ਾਹ ਨੇ ਇਹਨੂੰ ਸਿਧਾਂਤਕ ਲਿਆ ਹੈ। ਅਸੀਂ ਇਹਦੇ 'ਚੋਂ ਸਿੱਖਣਾ ਹੈ ਕਿ ਸਾਡਾ ਮਨ, ਦੁਨੀਆ 'ਤੇ ਕਿੰਨੀਆਂ ਹੀ ਵਿਚਾਰਾਂ ਚੱਲਦੀਆਂ ਹੋਣ, ਸਾਨੂੰ ਕੋਈ ਸਰੋਕਾਰ ਨਹੀਂ। ਸਾਨੂੰ ਲੋਚਾ ਹੈ, ਸਾਨੂੰ ਪਿਆਸ ਹੈ, ਇੱਕੋ ਇੱਕ ਮੇਰੇ ਗੁਰੂ ਦੀ ਆਵਾਜ਼ ਦੀ, ਰੱਬੀ ਆਵਾਜ਼ ਦੀ, ਰੱਬੀ ਵਿਚਾਰ, ਗੁਰੂ ਕੀ ਵਿਚਾਰ, ਗੁਰਮਤਿ ਦੀ ਵਿਚਾਰ ਕੀ ਹੈ। ਉਹਦੇ ਲਈ ਮਨ ਪਪੀਹੇ ਵਾਂਗੂ ਬਿਲਪ ਕਰੇ, ਚਾਤ੍ਰਿਕ ਕੀ ਨਹੀਂ। ਉਹਦੇ ਵਾਂਗੂ ਬਿਲਪਦਾ ਹੈ, ਪੁਕਾਰਦਾ ਹੈ ਆਪਣੇ ਗੁਰੂ ਨੂੰ। ਸਤਿਗੁਰੂ ਜੀ, ਸਿਖਾ ਦਿਓ ਜੀਵਨ ਜਿਉਣਾ। ਕਾਸ਼ ਕਦੀ ਅੰਦਰੋਂ ਤਰਲੇ ਨਿਕਲਣ। ਸਤਿਗੁਰੂ ਜੀ, ਨਿੰਦਾ ਕਰਨ ਦੀ ਆਦਤ ਬਣ ਗਈ ਹੈ, ਛਡਾ ਦਿਓ ਖਹਿੜਾ, ਕਰ ਦਿਓ ਕਿਰਪਾ। ਸਤਿਗੁਰੂ ਜੀ, ਜੈਲਸ ਹੋ ਜਾਂਦੇ ਆ, ਨਫ਼ਰਤ ਹੋ ਜਾਂਦੀ ਹੈ, ਬਚਾ ਦਿਓ ਇਸ ਕਾਲਕ ਤੋਂ। ਪਪੀਹੇ ਵਾਂਗੂ ਪ੍ਰਿਓ ਪ੍ਰਿਓ, ਅਰਦਾਸ ਅੰਦਰੋਂ ਤੜਫ ਵਿੱਚੋਂ ਨਿਕਲੇ। ਐਸੀ ਤੜਫ ਬਣ ਜਾਵੇ, ਤ੍ਰਿਖਾ ਨ ਉਤਰੈ, ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਗੁਰੂ ਸੰਤ ਨੇ, ਸਭ ਤੋਂ ਵੱਡੇ ਸੰਤ ਨੇ। ਰੱਬ ਆਪ ਸੰਤ ਹੈ। ਰੱਬੀ ਆਵਾਜ਼ ਤੇ ਗੁਰੂ ਕੀ ਆਵਾਜ਼ ਵੱਖ-ਵੱਖ ਨਹੀਂ ਹੈ। ਜਿੰਨਾ ਚਿਰ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ, ਇਹ ਮਨ ਸ਼ਾਂਤ ਨਹੀਂ ਹੁੰਦਾ। ਤ੍ਰਿਖਾ ਹੈ। ਉਪਦੇਸ਼ ਅਨੁਸਾਰ ਜੀਵਨ ਜਿਉਵਾਂ, ਹਰ ਪਲ ਗੁਰੂ ਦੇ ਉਪਦੇਸ਼ ਨੂੰ ਫੋਲੋ ਕਰਾਂ।
ਹਉ ਘੋਲੀ ਜਿਉ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜਿਉ ਰਹਾਉ। ਗੁਰਦਰਸ਼ਨ, ਗੁਰੂ ਦੇ ਉਪਦੇਸ਼, ਗੁਰੂ ਹੀ ਸੰਤ ਹੈ। ਪਿਆਰੇ ਸੰਤ ਗੁਰੂ ਦੀ, ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਗੁਰ ਸਰੂਪ ਹੈ, ਉਸ ਨੂੰ ਮੰਨਣਾ ਹੀ ਦਰਸ਼ਨ ਨੇ। ਜ਼ਿੰਦਗੀ 'ਚ ਪ੍ਰੈਕਟੀਕਲ ਜਿਉਣਾ ਹੀ ਅਸਲੀ ਦਰਸ਼ਨ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੋਰ ਪੰਕਤੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗੀ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨ ਹੋਵੇ, ਜਿਚਰ ਸ਼ਬਦ ਨਾ ਕਰੈ ਵਿਚਾਰ। ਜਿੰਨਾ ਚਿਰ ਗੁਰੂ ਦੇ ਉਪਦੇਸ਼ ਦੀ ਵਿਚਾਰ ਨਹੀਂ ਕਰਦਾ, ਭਾਵ ਗੁਰੂ ਦੇ ਉਪਦੇਸ਼ ਨੂੰ ਮੰਨਦਾ ਨਹੀਂ, ਉਹਨਾਂ ਚਿਰ ਇਹਦੇ ਦਰਸ਼ਨ ਪ੍ਰਵਾਨ ਨਹੀਂ। ਆਖੋ ਕੁਰਬਾਨ ਜਾਵਾਂ ਆਪਣੇ ਗੁਰ ਸਰੂਪ ਤੋਂ, ਆਪਣੇ ਗੁਰੂ ਦੇ ਗੁਰ ਸਰੂਪ ਤੋਂ, ਗੁਰ ਉਪਦੇਸ਼ ਤੋਂ। ਕੁਰਬਾਨ ਜਾਣ ਦੀ ਭਾਵਨਾ ਦੀ ਤੜਫ ਲੋਚਾ ਅੰਦਰ ਜਾਗੇਗੀ, ਤਦ ਹੀ ਦਰਸ਼ਨ ਹੋਣ। ਇਹ ਸੈਂਟਰਲ ਆਈਡੀਆ ਹੈ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਧਨ ਬਾਣੀ। ਸਤਿਗੁਰੂ ਜੀ, ਤੁਹਾਡਾ ਸੋਹਣਾ ਮੁਖੜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੋਹਣਾ ਮੁਖੜਾ ਗੁਰਬਾਣੀ ਦੇ ਉਪਦੇਸ਼ ਨੇ, ਗੁਰਬਾਣੀ ਦੀ ਆਵਾਜ਼ ਹੈ। ਚਿਰ ਹੋਆ ਦੇਖੇ ਸਾਰੰਗ ਪਾਣੀ। ਇਹ ਮਨ ਦੁਨਿਆਵੀ ਉਲਝਣ ਤਾਣੀਆਂ ਵਿੱਚ ਫਸਦਾ ਹੈ, ਗੁਰੂ ਦੇ ਉਪਦੇਸ਼ ਵੱਲ ਕਦੀ ਕਦੀ ਜਾਂਦਾ ਹੈ। ਆਖੋ ਇਹ ਵਿਛੋੜਾ ਅੱਗੇ ਜ਼ਿਕਰ ਆਉਂਦਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋ। ਜਿਸ ਦੇ ਹਿਰਦੇ ਵਿੱਚ ਇਹ ਗੱਲ ਵਸ ਗਈ ਨਾ, ਗੁਰ ਉਪਦੇਸ਼ ਤੋਂ ਬਿਨਾਂ 2 ਸੈਕਿੰਡ ਜਿਉਏ ਹੋਏ ਵੀ ਇੱਕ ਕਲਯੁਗ ਦਾ ਵਿਛੋੜਾ। ਆਖੋ ਵਾਹਿਗੁਰੂ। ਗੁਰੂ ਦੇ, ਰੱਬ ਦੇ ਗੁਣਾਂ ਤੋਂ ਬਿਨਾਂ ਜੋ ਵੀ ਫੈਸਲਾ ਲਿਆ ਉਹ ਔਗਣਾ ਵਾਲਾ ਹੁੰਦਾ ਹੈ। ਆਖੋ ਗੁਰੂ ਦੇ ਉਪਦੇਸ਼ ਤੋਂ ਲਾਂਭੇ ਜਾ ਕੇ ਲਿਆ ਹੋਇਆ ਫੈਸਲਾ ਭਟਕਣਾ ਵਾਲਾ ਹੁੰਦਾ ਹੈ। ਇਹ ਮਨ ਵਿਛੋੜੇ ਵਿੱਚ ਹੈ। ਇਹਨੂੰ ਸਾਰੰਗ ਪਾਣੀ ਮਿਲ ਜਾਵੇ, ਗੁਰੂ ਦੇ ਉਪਦੇਸ਼ ਮੰਨਣ ਦਾ ਰਸ ਮਿਲ ਜਾਵੇ, ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਅੰਮ੍ਰਿਤ ਰਸ ਮਿਲ ਜਾਵੇ। ਤਨ ਸੋ ਦੇਸ ਜਹਾਂ ਤੂੰ ਬਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ। ਇਹ ਮੇਰੇ ਸੱਜਣ ਵਾਹਿਗੁਰੂ ਜੀ, ਇਹ ਮੇਰੇ ਮਿੱਤਰ ਵਾਹਿਗੁਰੂ ਜੀਓ, ਸਾਡੇ ਅੰਦਰੋਂ ਔਗਣਾਂ ਦਾ ਨਾਸ਼ ਕਰਨ ਵਾਲੇ ਮੁਰਾਰੇ ਵਾਹਿਗੁਰੂ ਜੀਓ, ਤੁਸੀਂ ਜਿਸ ਹਿਰਦੇ ਵਿੱਚ ਵਸਦੇ ਹੋ, ਹਿਰਦਾ ਧਨ ਹੈ ਉਹ ਦੇਸ਼। ਇੱਥੇ ਦੇਸ਼ ਕਿਹਾ, ਦੇਸ਼ ਕਿਹੜਾ? ਹੁਣ ਜੇ ਅਸੀਂ ਦੇਸ਼ ਸ਼ਬਦ ਕਰੀਏ ਤਾਂ ਕੈਨੇਡਾ, ਅਮਰੀਕਾ, UK, ਯੂਰਪ, ਫਲਾਣਾ ਤਿਮਕਾ। ਨਹੀਂ ਨਹੀਂ, ਕਿੱਥੇ ਵਸਣਾ ਹੈ? ਸੁਭਾਅ ਵਿੱਚ ਵਸਣਾ ਹੈ। ਉਹ ਸੁਭਾਅ ਦਾ ਦੇਸ਼ ਧਨ ਹੈ। ਆਖੋ ਵਾਹਿਗੁਰੂ। ਸੋਚ ਵਿੱਚ ਵਸਣਾ ਹੈ, ਸੋਚ ਮੰਡਲ ਵੀ ਉਹ ਦੇਸ਼ ਹੈ ਜਿੱਥੇ ਆ ਕੇ ਗੁਰੂ ਦੇ ਉਪਦੇਸ਼ ਨੇ ਵਸਣਾ ਹੈ, ਮੇਰੇ ਗੁਰੂ ਨੇ ਵਸਣਾ ਹੈ, ਮੇਰੇ ਵਾਹਿਗੁਰੂ ਜੀ ਨੇ ਵਸਣਾ ਹੈ, ਸੁਭਾਅ ਵਿੱਚ ਵਸਣਾ ਹੈ। ਇਸ ਲਈ ਯਾਦ ਰੱਖਣਾ, ਅਗਰ ਨਿੰਦਾ ਦਾ ਰਸ ਸੁਭਾਅ ਵਿੱਚ ਬੈਠਾ ਹੈ ਨਾ, ਨਫ਼ਰਤ ਕਰਨ ਦਾ ਰਸ ਬੈਠਾ ਹੈ ਨਾ, ਔਗਣ ਫਰੋਲਣੇ ਤੇ ਔਗਣ ਉਛਾਲਣ ਦਾ ਰਸ ਬੈਠਾ ਹੈ ਨਾ, ਤਾਂ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਦੇ ਲਈ ਇਹ ਦੇਸ਼ ਨਹੀਂ ਬਣਿਆ। ਆਖੋ ਇਹ ਸੰਵਾਰਨਾ ਪਵੇਗਾ। ਧਨ ਹੈ ਉਹ ਦੇਸ਼, ਸੁਭਾਅ ਤੇ ਸੋਚ ਮੰਡਲ। ਹਉ ਘੋਲੀ ਹਉ ਘੋਲ ਕਮਾਈ, ਗੁਰ ਸੱਜਣ ਮੀਤ ਮਰਾਰੇ ਜੀਓ। ਮੈਂ ਆਪਣੇ ਗੁਰੂ ਤੋਂ, ਗੁਰੂ ਮੇਰੇ ਮਿੱਤਰ ਨੇ, ਮੇਰੇ ਸੱਜਣ ਨੇ, ਗੁਰੂ ਨੇ ਮੇਰੀਆਂ ਬੁਰੀਆਂ ਆਦਤਾਂ ਨੂੰ ਦੂਰ ਕਰਨ ਵਾਸਤੇ ਆਪਣੇ ਉਪਦੇਸ਼ ਦੇ ਅਣਿਆਲੇ ਤੀਰ ਮਾਰਨੇ ਨੇ। ਇਸ ਲਈ ਗੁਰ ਸੱਜਣ, ਮੈਂ ਕੁਰਬਾਨ ਜਾਣਾ ਆਪਣੇ ਗੁਰੂ ਤੋਂ। ਰਹਾਓ, ਹਰ ਪਦੇ ਦੇ ਨਾਲ ਇੱਥੇ ਇੱਕ ਰਹਾਓ ਪਦਾ ਹੈ, ਸੈਂਟਰਲ ਆਈਡੀਆ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਆਹ ਵਾਹਿਗੁਰੂ ਜੀ ਨੂੰ ਵਿਸਾਰ ਕੇ ਅੰਦਰ ਕਲਯੁਗ ਵਾਪਰਦਾ ਹੈ। ਵਾਹਿਗੁਰੂ ਜੀ ਦੇ ਗੁਣਾਂ ਨੂੰ ਵਿਸਾਰਾਂਗੇ, ਕਲਯੁਗ ਵਾਪਰ ਗਏ। ਗੁਰੂ ਦੇ ਉਪਦੇਸ਼ ਨੂੰ ਭੁੱਲਾਂਗੇ, ਅੰਦਰ ਕਲਯੁਗ ਵਾਪਰ। ਆਸਾ ਰਾਗ ਦੀ ਵਾਰ ਵਿੱਚ ਚਾਰੇ ਯੁੱਗ ਸਾਡੇ ਅੰਦਰ ਕਿਵੇਂ ਚੱਲਦੇ ਨੇ, ਉੱਥੇ ਵਿਚਾਰਾਂਗੇ ਆਉਣ ਵਾਲੇ ਸਮੇਂ ਵਿੱਚ।
ਇੱਕ ਸੈਕਿੰਡ ਵੀ ਵਾਹਿਗੁਰੂ ਜੀ ਨੂੰ ਭੁਲਾ ਦਿੱਤਾ, ਗੁਰੂ ਦੇ ਉਪਦੇਸ਼ ਨੂੰ ਭੁਲਾਇਆ, ਰੱਬੀ ਮਾਰਗ ਗੁਰੂ ਦੇ ਮਿਸ਼ਨ ਨੂੰ ਪਾਸੇ ਹੋ ਕੇ ਜਿਸ ਤਰ੍ਹਾਂ ਦਾ ਵੀ ਜੀਵਨ ਹੋਇਆ, ਫੈਸਲੇ ਲਏ, ਉਹ ਅੰਦਰ ਕਲਯੁਗ ਵਾਪਰ ਗਿਆ। ਹੁਣ ਕਦ ਮਿਲਿਐ ਪ੍ਰਿਆ ਤੁਧ ਭਗਵੰਤਾ, ਅੰਦਰ ਇਹ ਪਿਆਸ ਬਣੀ ਰਵੇ। ਵਾਹਿਗੁਰੂ ਜੀ ਤੁਹਾਡਾ ਮਿਲਾਪ ਚਾਹੀਦਾ ਹੈ, ਕਦੋਂ ਮਿਲਾਪ ਹੋਏ? ਇੱਛਾ ਹੋਵੇ, ਤਾਂਗ ਹੋਵੇ, ਲੋਚਾ ਹੋਵੇ। ਮੋਹ ਰਹਿਣ ਨਾ ਬਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਗੁਰੂ ਦੇ ਉਪਦੇਸ਼ਾਂ ਦੇ ਨੂੰ ਮੰਨਣ ਤੋਂ ਬਿਨਾਂ, ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਨੂੰ ਪ੍ਰੈਕਟੀਕਲ ਜਿਉਣ ਤੋਂ ਬਿਨਾਂ, ਧਿਆਨ ਰੂਪੀ ਨਾਮ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਰਸ ਤੋਂ ਬਿਨਾਂ ਮਨ ਬੇਚੈਨੀ ਵਿੱਚ ਹੈ, ਮਤ ਬੇਚੈਨੀ ਵਿੱਚ ਹੈ। ਵਾਹਿਗੁਰੂ ਜੀ ਕਿਰਪਾ ਕਰੋ। ਗੁਰੂ ਦਾ ਦਰਬਾਰ, ਉਪਦੇਸ਼ ਮੰਨਣ ਦੀ ਭਾਵਨਾ ਦੇ ਰਸ ਵਿੱਚ ਭਿੱਜ ਜਾਣਾ, ਗੁਰੂ ਦੇ ਦਰਬਾਰ ਵਿੱਚ ਜਾਣਾ ਹੈ। ਸਰੀਰ ਤਾਂ ਗੁਰੂ ਦੇ ਦਰਬਾਰ ਵਿੱਚ ਜਾਂਦਾ ਹੈ, ਸੰਗਤ ਵਿੱਚ ਬੈਠਦਾ ਹੈ, ਇੱਧਰ ਉੱਧਰ ਦੇਖੀ ਜਾਂਦਾ ਹੈ। ਮਨ ਆਖੂਗਾ, ਮਨ ਭਟਕਿਆ ਹੋਇਆ, ਅੰਦਰ ਡਿਸਟਰੈਕਸ਼ਨ ਹੈ, ਅੰਦਰ ਵਿਚਲਤ ਹੈ, ਹਿੰਡਿਆ ਹੋਇਆ ਮਨ, ਐਬਸੈਂਟ ਹੋ ਜਾਂਦਾ ਹੈ, ਪਤਾ ਨਹੀਂ ਕਿੱਥੇ ਪਹੁੰਚਦਾ, ਪਤਾ ਹੀ ਨਹੀਂ ਲੱਗਦਾ ਬਾਣੀ ਕੀ ਪੜ੍ਹੀ ਜਾ ਰਹੀ ਹੈ। ਕਦੀ ਨੀਂਦ ਆ ਜਾਂਦੀ ਹੈ, ਕਦੀ ਇੱਕ ਦੂਜੇ ਨਾਲ ਗੱਲਾਂ ਹੀ ਕਰੀ ਜਾ ਰਿਹਾ ਹੈ। ਇਹਦਾ ਮਤਲਬ ਇਹਦਾ ਸਰੀਰ ਗੁਰੂ ਦੇ ਦਰ ਤੇ ਪਹੁੰਚਿਆ, ਗੁਰੂ ਦੇ ਦਰਬਾਰ ਤੇ ਪਹੁੰਚਿਆ, ਮਨ ਨੇ ਨਹੀਂ ਗੁਰੂ ਦੇ ਦਰਬਾਰ ਦੇ ਦਰਸ਼ਨ ਕੀਤੇ। ਆਖੋ ਗੁਰੂ ਦੇ ਦਰਬਾਰ ਦੇ ਦਰਸ਼ਨ ਹੈ ਗੁਰੂ ਦੇ ਉਪਦੇਸ਼ ਦੇ ਰਸ ਵਿੱਚ ਭਿੱਜ ਜਾਣਾ। ਲੂਣੇ ਵੱਜਦੇ ਨਾ, ਕਦੀ ਸਰੀਰ ਬੈਰਾਗ ਵਿੱਚ ਝੂਮਦਾ, ਕਦੀ ਭੁੱਬ ਨਿਕਲਦੀ। ਆਖੋ ਜਦੋਂ ਇਹ ਤੜਫ ਬਣਦੀ ਹੈ, ਬਿਨ ਦੇਖੇ ਗੁਰ ਦਰਬਾਰੇ ਜੀ, ਰਹਿਣ ਨਾ ਆਵੈ, ਮੋਹ ਰਹਿਣ ਨਾ ਆਵੈ, ਨੀਂਦ ਮੋਹ ਰਹਿਣ ਨਾ ਬਿਹਾਵੈ, ਨੀਂਦ ਨਾ ਆਵੈ। ਵਾਹਿਗੁਰੂ ਜੀ ਇਹ ਜ਼ਿੰਦਗੀ ਵਧੀਆ ਨਹੀਂ ਬੀਤ ਰਹੀ, ਅੰਦਰ ਬੇਚੈਨੀ ਪੈਦਾ ਹੋ ਜਾਂਦੀ ਹੈ ਤੁਹਾਡੇ ਉਪਦੇਸ਼ ਦੇ ਰਸ ਵਿੱਚ ਭਿੱਜਣ ਤੋਂ ਬਿਨਾਂ। ਹਉ ਘੋਲੀ ਜੀਓ ਘੋਲ ਕਮਾਈ, ਇਸ ਸੱਚੇ ਗੁਰ ਦਰਬਾਰੇ ਜੀਓ। ਆਪਣੇ ਗੁਰੂ ਦੇ ਦਰਬਾਰ ਤੋਂ ਕੁਰਬਾਨ ਜਾਣਾ, ਉਹ ਅਵਸਥਾ ਜਦੋਂ ਮਨ ਗੁਰੂ ਦੇ ਉਪਦੇਸ਼ ਵਿੱਚ ਭੁੱਜ ਜਾਂਦਾ ਹੈ, ਰਸ ਵਿੱਚ ਮਸਤ ਹੋ ਜਾਂਦਾ ਹੈ, ਉਸ ਅਵਸਥਾ ਤੋਂ, ਉਸ ਗੁਰੂ ਦੇ ਦਰਬਾਰ ਤੋਂ ਬਾਰ ਬਾਰ ਮੈਂ ਬਾਰੇ ਜਾਣਾ। ਰਹਾਓ ਇਹ ਤੀਸਰੇ ਪਦੇ ਨਾਲ ਰਹਾਓ ਪਦਾ ਸੀ, ਇਹ ਚੌਥਾ ਪਦ ਹੈ। ਇੱਥੇ ਹਰ ਪਦੇ ਦੇ ਨਾਲ ਚਾਰ ਚਾਰ ਪੰਕਤੀਆਂ ਦੇ ਪਦੇ ਨੇ ਤੇ ਇੱਕ ਅਖੀਰ ਤੇ ਫਿਰ ਰਹਾਓ ਪਦਾ। ਭਾਗ ਹੋਆ ਗੁਰ ਸੰਤ ਮਿਲਾਇਆ, ਅੰਦਰ ਸੁਭਾਅ ਦਾ ਚੰਗਾ ਭਾਗ ਬਣ ਗਿਆ, ਸੋਚ ਦਾ ਭਾਗ ਚੰਗਾ ਬਣ ਗਿਆ। ਗੁਰ ਸਰੂਪ ਨੇ, ਗੁਰੂ ਦੇ ਉਪਦੇਸ਼ ਨੇ ਰੱਬ ਰੂਪੀ ਸੰਤ ਮਿਲਾ ਦਿੱਤਾ। ਆਖੋ ਇੱਥੇ ਸੰਤ ਰੱਬ ਨੂੰ ਕਿਹਾ, ਅਗਲੀ ਪੰਕਤੀ 'ਚ ਸਪਸ਼ਟ ਕਰ ਦਿੱਤਾ ਹੈ। ਰੱਬ ਅਬਿਨਾਸ਼ੀ ਘਰ ਮਹਿ ਪਾਇਆ, ਇਹਨੂੰ ਮਿਲਾਇਆ, ਜਿਹੜੇ ਸੰਤ ਨੂੰ ਮਿਲਾਇਆ, ਰੱਬ ਅਬਿਨਾਸ਼ੀ ਘਰ ਮਹਿ ਪਾਇਆ, ਆਪਣੇ ਅੰਦਰ ਹੀ ਮਹਿਸੂਸ ਕਰ ਲਿਆ, ਇਹਦੇ 'ਚ ਹੀ ਜਾਗ ਪਿਆ। ਸੇਵ ਕਰੀ ਪਲ ਸੇਵ ਕਰੀ ਪਲ ਚਸਾ ਨਾ ਵਿਛਣਾ, ਜਨ ਨਾਨਕ ਦਾਸ ਤੁਮਾਰੇ ਜੀਓ। ਤੁਹਾਡਾ ਦਾਸ ਬਣ ਕੇ, ਤੁਹਾਡਾ ਸੇਵਕ ਬਣ ਕੇ ਸੇਵਾ ਕਰਾਂ, ਗੁਰੂ ਦੀ ਸੇਵਾ, ਗੁਰੂ ਦਾ ਹੁਕਮ ਮੰਨਣਾ। ਗੁਰੂ ਦਾ ਹੁਕਮ ਮੰਨਣਾ ਰੱਬੀ ਉਪਦੇਸ਼ ਹੈ, ਗਿਆਨ ਰੂਪੀ ਨਾਮ ਹੈ, ਰੱਬ ਦੀ ਵੀ ਇਹੀ ਸੇਵਾ ਹੈ। ਵਾਹਿਗੁਰੂ ਜੀ ਦੀ ਯਾਦ ਰਸ ਵਿੱਚ ਜਿਉਣਾ, ਮਿੱਠੀ ਮਿੱਠੀ ਯਾਦ, ਸਿਮਰਨ ਦਾ ਰਸ, ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਫੈਸਲੇ ਲੈਣੇ, ਇਹ ਵੀ ਰੱਬ ਦੀ ਸੇਵਾ। ਇੱਕ ਪਲ ਚਸਾ ਨਾ ਵਿਛੜਾ, ਇੱਦਾਂ ਜਿਉਵਾਂ ਦਾਸ ਬਣ ਕੇ। ਹਉ ਘੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਮੈਂ ਕੁਰਬਾਨ ਜਾਣਾ, ਤੇਰੇ ਸੇਵਕਾਂ ਤੋਂ ਵੀ ਕੁਰਬਾਨ ਜਾਣਾ। ਇੱਕ ਗੁਰੂ ਨਾਲ ਪਿਆਰ, ਇੱਕ ਗੁਰਸਿੱਖਾਂ ਨਾਲ ਪਿਆਰ। ਗੁਰੂ ਤੋਂ ਸਿੱਖਣਾ ਹੈ, ਗੁਰਸਿੱਖਾਂ ਦੇ ਨਾਲ ਆਈਡੀਆ ਐਕਸਚੇਂਜ ਕਰਨੇ ਨੇ, ਇੱਕ ਦੂਸਰੇ ਦੇ ਗੁਣਾਂ ਨੂੰ ਆਪਣੇ ਅੰਦਰ ਰੱਖਣਾ, ਸੋਚ ਨੂੰ ਸੰਵਾਰਨਾ ਹੈ, ਸੁਭਾਅ ਨੂੰ ਸ਼ਿੰਗਾਰਨਾ ਹੈ। ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਸਾਰਿਆਂ ਤੇ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ।
झिम झिम